ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਕਿਸਬਿਦ ਰੁਲੀ ਪਾਤਸ਼ਾਹੀ ਭਾਗ 10ਵਾਂ ਪੰਨਾ ਨੰਬਰ 170। ਸਿੱਖ ਵਿਚਾਰਧਾਰਾ ਅਤੇ ਜਥੇਬੰਦੀ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਮੁੱਢਲੇ ਅਸੂਲ ਨਿਰਧਾਰਿਤ ਕੀਤੇ ਜੋ ਨਵੇਂ ਭਾਈਚਾਰੇ ਦੀ ਸਿਰਜਣਾ ਦਾ ਆਧਾਰ ਬਣੇ। ਉਹਨਾਂ ਨੇ ਜਿਹੜੀਆਂ ਗੱਲਾਂ ਤੇ ਜ਼ੋਰ ਦਿੱਤਾ ਉਹਨਾਂ 'ਚੋਂ ਮੁੱਖ ਇਹ ਸਨ। ਪਹਿਲਾ, ਇੱਕੋ ਸਾਂਝਾ ਰੱਬ। ਦੂਜਾ, ਮਨੁੱਖੀ ਬਰਾਬਰੀ। ਤੀਜਾ, ਮਨੁੱਖੀ ਏਕਤਾ ਤੇ ਭਾਈਚਾਰਾ। ਚੌਥਾ, ਸੱਚਾ ਆਚਰਨ। ਪੰਜਵਾਂ, ਪ੍ਰੇਮ ਭਾਵ। ਛੇਵਾਂ, ਸਮਾਜ ਸੇਵਾ ਆਦਿ ਆਦਿ। ਸਤਹੀ ਨਜ਼ਰ ਨਾਲ ਦੇਖਿਆ ਇਹ ਲੱਗ ਸਕਦਾ ਹੈ ਕਿ ਇਹ ਅਸੂਲ 19-21 ਦੇ ਫਰਕਾਂ ਨਾਲ ਸਭਨਾਂ ਹੀ ਧਰਮਾਂ ਦੇ ਸਾਂਝੇ ਹਨ ਅਤੇ ਇਸ ਵਿੱਚ ਅਨੂਠੇਪਣ ਵਾਲੀ ਕੋਈ ਗੱਲ ਨਹੀਂ ਹੈ, ਪਰ ਇਸ ਨੂੰ ਹਕੀਕਤ ਨਹੀਂ ਨਜ਼ਰ ਦਾ ਧੋਖਾ ਹੀ ਸਮਝਿਆ ਜਾਣਾ ਚਾਹੀਦਾ ਹੈ, ਕਿਉਂਕਿ ਹੁੰਦਾ ਇਹ ਹੈ ਕਿ ਕਈ ਵਾਰ ਮੂਲੋਂ ਹੀ ਅਲੱਗ-ਅਲੱਗ ਸ਼ੈਆਂ ਦੇ ਬਾਹਰੀ ਨਕਸ਼ ਇੱਕ ਦੂਜੇ ਨਾਲ ਇੰਨੇ ਮਿਲਦੇ ਜੁਲਦੇ ਪ੍ਰਤੀਤ ਹੋ ਰਹੇ ਹੁੰਦੇ ਹਨ ਕਿ ਸਾਧਾਰਨ ਦ੍ਰਿਸ਼ਟੀ ਲਈ ਉਹਨਾਂ ਵਿਚਕਾਰ ਨਖੇੜ ਕਰ ਸਕਣਾ ਸੰਭਵ ਨਹੀਂ ਹੁੰਦਾ। ਉਹਨਾਂ ਦੀ ਅੰਤਰੀਵ ਤਾਸੀਰ ਵਿਚਲੇ ਅੰਤਰ ਨੂੰ ਪਛਾਣਨ ਲਈ ਜੋ ਦਿਵ ਦ੍ਰਿਸ਼ਟੀ ਦਰਕਾਰ ਹੁੰਦੀ ਹੈ ਉਹ ਇੰਨੀ ਆਮ ਨਹੀਂ ਹੋਇਆ ਕਰਦੀ। ਇਸ ਕਰਕੇ ਨਜ਼ਰ ਦੇ ਅਜਿਹੇ ਭੁਲੇਖੇ ਆਮ ਹੀ ਖੜੇ ਹੋ ਜਾਂਦੇ ਹਨ। ਸੰਕਲਪਾਂ ਦੇ ਮਾਮਲੇ 'ਚ ਤਾਂ ਖਾਸ ਕਰਕੇ ਹੀ ਟਪਲਾ ਖਾਣ ਦੀਆਂ ਸੰਭਾਵਨਾਵਾਂ ਕਈ ਗੁਣਾ ਵੱਧ ਜਾਂਦੀਆਂ ਹਨ। ਇਸ ਦ੍ਰਿਸ਼ਟੀ ਤੋਂ ਅਸੀਂ ਹੁਣ ਇੱਥੇ ਗੁਰੂ ਨਾਨਕ ਸਾਹਿਬ ਦੁਆਰਾ ਨਿਰਧਾਰਿਤ ਕੀਤੇ ਉਪਰੋਕਤ ਅਸੂਲਾਂ ਦੀ ਵਿਸ਼ੇਸ਼ਤਾ ਦੇ ਦੀਦਾਰ ਕਰਦੇ ਹਾਂ। ਪਹਿਲਾ, ਸਭ ਨਾਲੋਂ ਪਹਿਲੀ ਗੱਲ ਹੀ ਸਭ ਨਾਲੋਂ ਵੱਧ ਭੁਲੇਖੇ ਖੜੇ ਕਰਦੀ ਹੈ। ਆਮ ਹੀ ਇਉਂ ਸੋਚ ਲਿਆ ਜਾਂ ਮੰਨ ਲਿਆ ਜਾਂਦਾ ਹੈ ਕਿ ਸਾਰੇ ਹੀ ਧਰਮਾਂ ਦਾ ਰੱਬ ਸਾਂਝਾ ਹੈ, ਸਿਰਫ ਨਾਉਂ ਹੀ ਅਲੱਗ-ਅਲੱਗ ਈਸ਼ਵਰ, ਅੱਲਾ, ਗੋਡ ਵਗੈਰਾ ਵਗੈਰਾ ਹਨ। ਅੰਤਰੀਵ ਭਾਵ ਇੱਕੋ ਹੀ ਹੈ। ਗੜਬੜ ਦਾ ਮੁੱਢ ਇੱਥੋਂ ਹੀ ਵੱਜ ਜਾਂਦਾ ਹੈ। ਗੁਰੂ ਸਾਹਿਬ ਦਾ ਰੱਬ ਸਾਂਝੇ ਦਾ ਸੰਕਲਪ ਬਾਕੀ ਦੇ ਸਭ ਧਰਮਾਂ ਨਾਲੋਂ ਕਿਵੇਂ ਅਲੱਗ ਤੇ ਨਿਆਰਾ ਹੈ, ਇਸ ਨੂੰ ਸਮਝਣ ਲਈ ਅਸੀਂ ਇੱਥੇ ਇਸ ਮਸਲੇ ਬਾਰੇ ਹਰਿੰਦਰ ਸਿੰਘ ਮਹਿਬੂਬ ਦੀ ਲੰਮੀ ਚੌੜੀ ਦਾਰਸ਼ਨਿਕ ਵਿਆਖਿਆ ਦੇ ਕੁਝ ਅੰਸ਼ ਪੇਸ਼ ਕਰਨੇ ਜ਼ਰੂਰੀ ਤੇ ਵਾਜਬ ਸਮਝਦੇ ਹਾਂ। ਰੱਬ ਨੂੰ ਇੱਕ ਮੰਨਣ ਵਾਲੀਆਂ ਕੌਮਾਂ ਹੋਰ ਵੀ ਹਨ, ਪਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸਲਾਮ ਨੂੰ ਛੱਡ ਕੇ ਬਾਕੀ ਮਜ਼ਹਬਾਂ ਨੇ ਰੱਬ ਨੂੰ ਕੁਝ ਕਰਤਵਾਂ, ਵਿਸ਼ੇਸ਼ਣਾਂ ਜਾਂ ਗਿਣੀਆਂ ਮਿੱਥੀਆਂ ਸਿਫਤਾਂ ਵਿੱਚ ਵੰਡ ਦਿੱਤਾ ਸੀ। ਬੇਸ਼ੱਕ ਰੱਬ ਇੱਕ ਸੀ, ਪਰ ਇਸ ਨੂੰ ਮਨਮਰਜ਼ੀ ਨਾਲ ਅਨੇਕਾਂ ਬੁੱਤਾਂ ਵਿੱਚ ਉਲਟਾ ਲਿਆ ਜਾਂਦਾ ਸੀ। ਚਿੰਤਨ ਦੇ ਬੁੱਤਾਂ ਵਿੱਚ, ਕਾਲ ਦੇ ਬੁੱਤਾਂ ਵਿੱਚ, ਦੇਵਤਿਆਂ ਦੇ ਬੁੱਤਾਂ ਵਿੱਚ, ਕਰਮ ਕਾਂਡ ਦੇ ਬੁੱਤਾਂ ਵਿੱਚ ਅਤੇ ਮਨੁੱਖੀ ਸਵਾਦਾਂ ਤੇ ਕਰਤਵਾਂ ਦੇ ਬੁੱਤਾਂ ਵਿੱਚ। ਚਾਰੇ ਵੇਦਾਂ ਵਿੱਚ ਰੱਬ ਦੀ ਸਿਫਤ ਦੇ ਅੰਦਾਜ਼ ਅਤੇ ਤਰੀਕੇ ਨੂੰ ਕਰਮਵਾਰ ਦੇਵਤੇ, ਬਿਰਛ ਅਤੇ ਘਾਹ ਦੀ ਸਿਫਤ ਵਿੱਚ ਬਦਲ ਦਿੱਤਾ ਜਾਂਦਾ ਹੈ। ਯਹੂਦੀਆਂ ਦੀ ਅੰਜੀਲ, ਦ ਓਲਡ ਟੈਸਟਾਮੈਂਟ ਦਾ ਰੱਬ ਵੀ ਮਨੁੱਖ ਦੇ ਰਸ ਤੋਂ ਬਾਹਰ ਨਹੀਂ। ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਇੱਕ ਹੈ ਅਤੇ ਉਸ ਦੇ ਅਹਿਸਾਸ ਨੂੰ ਕਿਸੇ ਹੋਰ ਵਸਤੂ ਦਾ ਅਹਿਸਾਸ ਨਹੀਂ ਬਣਾਇਆ ਜਾ ਸਕਦਾ। ਰੱਬ ਦਾ ਅਹਿਸਾਸ ਕੇਵਲ ਰੱਬ ਦਾ ਅਹਿਸਾਸ ਹੀ ਹੈ ਅਤੇ ਕਿਸੇ ਹਾਲਤ ਵਿੱਚ ਵੀ ਉਸ ਨੂੰ ਕਿਸੇ ਬੁੱਤ ਵਿੱਚ ਨਹੀਂ ਪਲਟਾਇਆ ਜਾ ਸਕਦਾ। ਉਹ ਇੱਕ ਹੈ, ਇਸ ਕਰਕੇ ਖਿਆਲ ਦੇ ਕਿਸੇ ਅੱਖਰ ਵਿੱਚ ਪਲਟ ਕੇ ਦੋ ਨਹੀਂ ਬਣ ਸਕਦਾ। ਇਸੇ ਅਹਿਸਾਸ ਵਿੱਚੋਂ ਖਾਲਸਾ ਜੀ ਦੇ ਨਿਆਰਾ ਰਹਿਣ ਦਾ ਬੀਜ ਪੁੰਗ ਰਿਹਾ। ਸੋ ਗੁਰੂ ਸਾਹਿਬ ਦਾ ਅਕਾਲ ਪੁਰਖ ਹੋਰਨਾਂ ਮਜ਼ਹਬਾਂ ਦੇ ਰੱਬਾਂ ਨਾਲੋਂ ਇਹਨਾਂ ਅਹਿਮ ਅਰਥਾਂ ਵਿੱਚ ਵੱਖਰਾ ਤੇ ਬੇਨਜ਼ੀਰ ਹੈ ਕਿ ਇਹ ਮੋਮਨ ਤੇ ਕਾਫਰ ਵਿਚਕਾਰ ਨਫ਼ਰਤ ਦੀ ਲਕੀਰ ਨਹੀਂ ਖਿੱਚਦਾ ਅਤੇ ਨਾ ਹੀ ਮਾਨਵਤਾ ਨੂੰ ਵਰਣਾਂ ਦੇ ਉੱਚੇ ਤੇ ਨੀਵੇਂ ਖਾਨਿਆਂ ਵਿੱਚ ਵੰਡਦਾ ਹੈ। ਦੂਜਾ, ਆਮ ਹੀ ਇਉਂ ਸੋਚ ਲਿਆ ਤੇ ਮੰਨ ਲਿਆ ਜਾਂਦਾ ਹੈ ਕਿ ਸਾਰੇ ਹੀ ਧਰਮ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੰਦੇ ਹਨ। ਠੀਕ ਹੈ, ਪਰ ਦੁਨੀਆ ਦੇ ਸਾਰੇ ਹੀ ਧਰਮਾਂ ਤੇ ਗਿਆਨ ਪ੍ਰਬੰਧਾਂ ਅੰਦਰ ਮਨੁੱਖੀ ਬਰਾਬਰੀ ਦਾ ਸੰਕਲਪ ਬਹੁਤ ਹੀ ਅਲੱਗ-ਅਲੱਗ ਹੈ। ਸਿੱਖ ਧਰਮ ਤੋਂ ਬਿਨਾਂ ਬਾਕੀ ਦੇ ਸਾਰੇ ਧਰਮਾਂ ਤੇ ਗਿਆਨ ਪ੍ਰਬੰਧਾਂ ਅੰਦਰ ਮਨੁੱਖੀ ਬਰਾਬਰੀ ਦਾ ਜੋ ਸੰਕਲਪ ਹੈ ਉਹ ਕਿਸੇ ਨਾ ਕਿਸੇ ਪੱਖ ਤੋਂ ਅਪੂਰਨ ਅਥਵਾ ਊਣਾ ਹੈ। ਕਿਤੇ ਇਹ ਧਰਮਾਂ ਦੀਆਂ ਤੰਗ ਵਲਗਣਾਂ ਵਿੱਚ ਵਲਿਆ ਹੋਇਆ ਹੈ, ਕਿਤੇ ਇਸ ਨੂੰ ਵਰਣਾਂ ਦੇ ਵਖਰੇਵਿਆਂ ਤੇ ਵਿਤਕਰਿਆਂ ਦਾ ਆਘਾਤ ਲੱਗਾ ਹੋਇਆ ਹੈ, ਕਿਤੇ ਇਹ ਕੌਮਾਂ ਤੇ ਦੀਪਾਂ ਦੀਆਂ ਹੱਦਾਂ ਵਿੱਚ ਨਪੀੜਿਆ ਹੋਇਆ ਹੈ, ਕਿਤੇ ਇਸ ਨੂੰ ਰੰਗ ਅਤੇ ਨਸਲ ਦੀ ਨਿੰਦ ਵਿਚਾਰ ਦਾ ਗ੍ਰਹਿਣ ਲੱਗਾ ਹੋਇਆ ਹੈ, ਕਿਤੇ ਇਸ ਵਿੱਚ ਲਿੰਗ ਵਿਤਕਰੇ ਦੀ ਢੇਡ ਹੈ ਅਤੇ ਕਿਤੇ ਇਸ ਨੂੰ ਕੁਲੀਨੀ ਸੋਚ ਤੇ ਕਾਨੂੰਨੀ ਦ੍ਰਿਸ਼ਟੀ ਦੀ ਬੱਜ ਪਈ ਹੋਈ ਹੈ।
ਇਸ ਦੇ ਟਾਕਰੇ ਵਿੱਚ ਗੁਰੂ ਸਾਹਿਬ ਦੀ ਇੱਕ ਓਂਕਾਰ ਦੀ ਵਿਚਾਰਧਾਰਾ ਵਿੱਚੋਂ ਸੁਭਾਵਕ ਤੇ ਸਹਿਜ ਰੂਪ ਵਿੱਚ ਹੀ ਮਨੁੱਖੀ ਬਰਾਬਰੀ ਦਾ ਇੱਕ ਅਜਿਹਾ ਸੰਕਲਪ ਪ੍ਰਕਾਸ਼ ਹੁੰਦਾ ਹੈ ਜੋ ਉੱਪਰ ਗਿਣੇ ਸਭਨਾ ਦੋਸ਼ਾਂ ਤੇ ਊਣਤਾਈਆਂ ਤੋਂ ਪੂਰੀ ਤਰ੍ਹਾਂ ਸੁਰਖਰੂ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਸਾਰੀ ਸ੍ਰਿਸ਼ਟੀ, ਸਾਰੀ ਮਨੁੱਖ ਜਾਤੀ ਇੱਕੋ ਸਿਰਜਣਹਾਰ ਦੀ ਸਿਰਜੀ ਹੋਈ ਹੈ। ਜੇ ਸਿਰਜਣਹਾਰ ਸਾਂਝਾ ਹੈ ਤਾਂ ਵਿਰੋਧ ਕਾਹਦੇ, ਦਵੈਤ ਕਾਹਦੀ, ਮੇਰ ਤੇਰ ਕਾਹਦੀ। ਸਿੱਖ ਧਰਮ ਤੋਂ ਬਿਨਾਂ ਬਾਕੀ ਸਾਰੇ ਧਰਮਾਂ ਅੰਦਰ ਸਿਰਜਣਹਾਰ ਨੂੰ ਤਕਸੀਮ ਕਰਨ ਦੀ ਰੁਚੀ ਕਿਸੇ ਨਾ ਕਿਸੇ ਸ਼ਕਲ ਵਿੱਚ ਦਿਖਾਈ ਦਿੰਦੀ ਹੈ। ਇੱਥੋਂ ਹੀ ਦਵੈਤ ਦਾ ਮੁੱਢ ਵੱਜ ਜਾਂਦਾ ਹੈ। ਮੋਮਨਾਂ ਦਾ ਰੱਬ ਉੱਤਮ ਤੇ ਕਾਫਰਾਂ ਦਾ ਤੁੱਛ ਬਣ ਜਾਂਦਾ ਹੈ। ਉੱਚੀਆਂ ਜਾਤਾਂ ਵਾਲਿਆਂ ਦਾ ਪਰਮਾਤਮਾ ਸ੍ਰੇਸ਼ਟ ਤੇ ਨੀਵੀਆਂ ਜਾਤਾਂ ਵਾਲਿਆਂ ਦਾ ਹੀਣਾ ਬਣ ਜਾਂਦਾ ਹੈ। ਅਜਿਹੀ ਤਰੇੜੀ ਸੋਚ ਵਿੱਚੋਂ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਦੇਖਣ ਅਤੇ ਸਭ ਦਾ ਬਰਾਬਰ ਇੱਕੋ ਜਿੰਨਾ ਸਤਿਕਾਰ ਕਰਨ ਵਾਲੀ ਬਰਾਬਰੀ ਦੀ ਖਰੀ ਭਾਵਨਾ ਪੈਦਾ ਨਹੀਂ ਹੋ ਸਕਦੀ। ਇਹ ਭਾਵਨਾ ਉਹਨਾਂ ਵਿੱਚ ਹੀ ਪੈਦਾ ਹੋ ਸਕਦੀ ਹੈ ਜੋ ਸਾਰੀ ਮਨੁੱਖ ਜਾਤੀ ਨੂੰ ਇੱਕੋ ਸਾਂਝੇ ਪਰਮ ਪਿਤਾ ਦੀ ਸੰਤਾਨ ਅਥਵਾ ਇੱਕੋ ਸਾਂਝੇ ਪਰਿਵਾਰ ਦੇ ਜੀ ਸਮਝਣ ਵਾਲਾ ਦ੍ਰਿਸ਼ਟੀਕੋਣ ਰੱਖਦੇ ਹਨ। ਸਿੱਖ ਦ੍ਰਿਸ਼ਟੀਕੋਣ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਅਤੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਦੀ ਇਹ ਵਿਸ਼ੇਸ਼ਤਾਈ ਹੋਰਨਾਂ ਧਰਮਾਂ ਤੇ ਵਿਚਾਰਧਾਰਾਵਾਂ ਨਾਲੋਂ ਇਸ ਦੀ ਭਿੰਨਤਾ ਦਾ ਪ੍ਰਮੁੱਖ ਲੱਛਣ ਹੈ। ਗੁਰੂ ਸਾਹਿਬ ਦੇ ਮਨੁੱਖੀ ਬਰਾਬਰੀ ਦੇ ਮੱਤ ਵਿੱਚ ਨੋਟ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਜਿੱਥੇ ਪੱਛਮ ਦੀ ਸੱਭਿਆਚਾਰਕ ਜਾਗਰਤੀ ਦੀ ਲਹਿਰ ਦੇ ਮੋਹਰੀਆਂ ਨੇ ਆਪਣੇ ਸਿਧਾਂਤਕ ਨਾਅਰੇ ਵਿੱਚ ਬਰਾਬਰੀ ਨੂੰ ਆਜ਼ਾਦੀ ਤੋਂ ਬਾਅਦ ਦੂਸਰੇ ਸਥਾਨ ਤੇ ਰੱਖਿਆ ਹੈ, ਉੱਥੇ ਗੁਰੂ ਸਾਹਿਬ ਨੇ ਬਰਾਬਰੀ ਨੂੰ ਸਭ ਨਾਲੋਂ ਮੂਹਰੇ ਰੱਖਿਆ ਹੈ। ਉਹਨਾਂ ਨੇ ਬਰਾਬਰੀ ਨੂੰ ਮਨੁੱਖੀ ਆਜ਼ਾਦੀ ਤੇ ਭਾਈਚਾਰੇ ਦੀ ਬੁਨਿਆਦ ਅਥਵਾ ਜ਼ਰੂਰੀ ਸ਼ਰਤ ਬਣਾਇਆ, ਕਿਉਂਕਿ ਬਰਾਬਰੀ ਤੋਂ ਬਗੈਰ ਨਾ ਭਾਈਚਾਰਕ ਸਾਂਝ ਪੈਦਾ ਹੋ ਸਕਦੀ ਹੈ ਤੇ ਨਾ ਆਜ਼ਾਦੀ ਦੇ ਸੰਕਲਪ ਨੂੰ ਹਕੀਕੀ ਅਰਥਾਂ ਵਿੱਚ ਅਮਲ ਦਾ ਜਾਮਾ ਪਹਿਨਾਇਆ ਜਾ ਸਕਦਾ ਹੈ। ਮਨੁੱਖ ਨੂੰ ਜੇਕਰ ਜਨਮ ਤੋਂ ਹੀ ਬਰਾਬਰ ਨਹੀਂ ਮੰਨਿਆ ਜਾਂਦਾ ਤਾਂ ਉਹ ਆਪਣੇ ਆਜ਼ਾਦੀ ਦੇ ਜਮਾਂਦਰੂ ਹੱਕ ਨੂੰ ਸ਼ਬਦ ਦੇ ਸਹੀ ਅਰਥਾਂ ਵਿੱਚ ਨਹੀਂ ਮਾਣ ਸਕਦਾ। ਇਸ ਵਿੱਚ ਲਾਜ਼ਮੀ ਦਵੈਤ ਰਹੇਗੀ। ਜੇ ਕੁਝ ਲੋਕ ਘੱਟ ਬਰਾਬਰ ਤੇ ਕੁਝ ਵੱਧ ਬਰਾਬਰ ਹੋਣਗੇ ਤਾਂ ਇਹ ਵੀ ਅਟੱਲ ਹੈ ਕਿ ਕੁਝ ਘੱਟ ਆਜ਼ਾਦ ਤੇ ਕੁਝ ਵੱਧ ਆਜ਼ਾਦ ਹੋਣਗੇ। ਇਸ ਦ੍ਰਿਸ਼ਟੀ ਤੋਂ ਦੇਖਿਆ ਆਜ਼ਾਦੀ ਤੇ ਜਮਹੂਰੀਅਤ ਦਾ ਪੱਛਮੀ ਸੰਕਲਪ ਕੁਲੀਨ ਵਰਗ ਦੀ ਵਿਚਾਰਧਾਰਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਜਿੱਥੇ ਆਜ਼ਾਦੀ ਨੂੰ ਸਮਾਜਿਕ ਬਰਾਬਰੀ ਨਾਲੋਂ ਤੋੜ ਕੇ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਸਮਾਜ ਦੇ ਘੱਟ ਬਰਾਬਰ ਵਰਗਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਆਜ਼ਾਦੀ ਨੂੰ ਸ਼੍ਰੋਮਣੀ ਮਹੱਤਤਾ ਦੇਣ ਦਾ ਪ੍ਰਪੰਚ ਰਚਿਆ ਜਾਂਦਾ ਹੈ। ਜਿੰਨਾ ਚਿਰ ਗੰਗੂ ਤੇਲੀ ਨੂੰ ਰਾਜਾ ਭੋਜ ਦੇ ਬਰਾਬਰ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਉਨਾ ਚਿਰ ਉਸ ਦੀ ਆਜ਼ਾਦੀ ਭੁਲਾਵਾ ਬਣੀ ਰਹੇਗੀ। ਭਾਰਤ ਦੀਆਂ ਤਤਕਾਲੀ ਹਾਲਤਾਂ ਅੰਦਰ ਬਰਾਬਰੀ ਦਾ ਇਹ ਸੰਕਲਪ ਭਾਰੀ ਇਨਕਲਾਬੀ ਅਹਿਮੀਅਤ ਰੱਖਦਾ ਸੀ। ਇਹ ਮੁਸਲਮਾਨ ਹਾਕਮਾਂ ਤੇ ਗੈਰ ਮੁਸਲਿਮ ਪਰਜਾ ਨੂੰ ਅਤੇ ਅਛੂਤ ਸਮਝੇ ਜਾਂਦੇ ਸ਼ੂਦਰਾਂ ਤੇ 2 ਵਾਰ ਜਨਮੇ ਬ੍ਰਾਹਮਣਾਂ ਨੂੰ ਇੱਕੋ ਘਾਟ ਤੋਂ ਪਾਣੀ ਪਿਆਉਂਦਾ ਸੀ। ਗੁਰੂ ਸਾਹਿਬ ਦਾ ਬਰਾਬਰੀ ਦਾ ਇਹ ਸਿਧਾਂਤ ਉੱਚੇ ਵਰਗਾਂ ਨੂੰ ਭਲਾ ਕਿਵੇਂ ਹਜਮ ਹੋ ਸਕਦਾ ਸੀ? ਉਹਨਾਂ ਨੂੰ ਰਾਜ ਅਤੇ ਰੰਕ ਦੀ ਅਤੇ ਸ਼ੂਦਰ ਤੇ ਬ੍ਰਾਹਮਣ ਦੀ ਬਰਾਬਰੀ ਦੀ ਗੱਲ ਜ਼ਹਿਰ ਸਮਾਨ ਜਾਪਦੀ ਸੀ। ਇਸ ਕਰਕੇ ਉਹਨਾਂ ਦੇ ਹਿਰਦਿਆਂ ਅੰਦਰ ਸਿੱਖ ਗੁਰੂਆਂ, ਸਿੱਖ ਸਿਧਾਂਤਾਂ ਤੇ ਸਿੱਖ ਸਦਾਚਾਰ ਦੇ ਖਿਲਾਫ ਨਫ਼ਰਤ ਤੇ ਦੁਸ਼ਮਣੀ ਦੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਸਨ। ਇਤਿਹਾਸ ਅੰਦਰ ਉੱਚ ਜਾਤੀ ਹਿੰਦੂ ਵਰਗਾਂ ਅਤੇ ਮੁਸਲਿਮ ਜਗੀਰੂ ਤੱਤਾਂ ਦੀ ਸਿੱਖ ਦੁਸ਼ਮਣੀ ਨੂੰ ਇਸ ਦ੍ਰਿਸ਼ਟੀ ਤੋਂ ਦੇਖਿਆ ਜਾਣਾ ਚਾਹੀਦਾ ਹੈ। ਤੀਜਾ, ਭਾਈਚਾਰਾ ਬਰਾਬਰੀ ਦੇ ਅਸੂਲ ਦਾ ਸਗਵਾਂ ਅੰਗ ਸੀ। ਇਸ ਨੇ ਮਨੁੱਖੀ ਰਿਸ਼ਤਿਆਂ ਦੇ ਤਾਣੇ ਬਾਣੇ ਅੰਦਰ ਪਿਆਰ, ਸਹਿਣਸ਼ੀਲਤਾ ਤੇ ਰਵਾਦਾਰੀ ਦੀ ਮਹਿਕ ਪੈਦਾ ਕਰ ਦਿੱਤੀ। ਭਾਰਤ ਦੀਆਂ ਤਤਕਾਲੀ ਸਮਾਜਿਕ ਹਾਲਤਾਂ ਵਿੱਚ ਭਾਈਚਾਰੇ ਦੀ ਇਹ ਭਾਵਨਾ ਬਿਲਕੁਲ ਨਵੀਂ ਤੇ ਵਿਲੱਖਣ ਗੱਲ ਸੀ। ਇਹ ਜਾਤ-ਪਾਤੀ ਵਿਚਾਰਧਾਰਾ ਤੇ ਸ਼ਰੀਅਤ ਦੋਨਾਂ ਦਾ ਹੀ ਅਮਲ ਅੰਦਰ ਖੰਡਨ ਸੀ। ਬ੍ਰਾਹਮਣ ਸ਼ੂਦਰ ਨੂੰ ਪਿਆਰ ਨਹੀਂ ਸੀ ਕਰ ਸਕਦਾ। ਸ਼ਰੀਅਤ ਮੋਮਨਾਂ ਦੇ ਮਨਾਂ ਅੰਦਰ ਕਾਫਰਾਂ ਪ੍ਰਤੀ ਨਫ਼ਰਤ ਤੇ ਦੁਸ਼ਮਣੀ ਦੇ ਭਾਵ ਪੈਦਾ ਕਰਦੀ ਸੀ। ਨਫ਼ਰਤ ਧਾਰਮਿਕ ਹੋਵੇ ਜਾਂ ਸਮਾਜੀ, ਸਹਿਣਸ਼ੀਲਤਾ ਦੀ ਅਵਲ ਦੁਸ਼ਮਣ ਹੈ। ਸਹਿਣਸ਼ੀਲਤਾ ਤੋਂ ਬਿਨਾਂ ਰਵਾਦਾਰੀ ਪ੍ਰਫੁੱਲਤ ਨਹੀਂ ਹੋ ਸਕਦੀ। ਮੁਸਲਮਾਨਾਂ ਦੀਆਂ ਨਜ਼ਰਾਂ ਵਿੱਚ ਜੇਕਰ ਹਿੰਦੂ ਕਾਫਰ ਸਨ ਤਾਂ ਹਿੰਦੂਆਂ ਦੀਆਂ ਨਜ਼ਰਾਂ ਵਿੱਚ ਮੁਸਲਮਾਨ ਮਲੇਸ਼ ਸਨ। ਦੋਵਾਂ ਦੇ ਹਿਰਦੇ ਇੱਕ ਦੂਜੇ ਪ੍ਰਤੀ ਬਰਾਬਰ ਦਰਜੇ ਤੱਕ ਨਫ਼ਰਤ ਨਾਲ ਲੂਹੇ ਪਏ ਸਨ। ਉੱਚ ਜਾਤੀ ਹਿੰਦੂ ਵਰਗਾਂ ਦੇ ਮਾਮਲੇ 'ਚ ਵਾਧੂ ਗੱਲ ਇਹ ਸੀ ਕਿ ਉਹਨਾਂ ਦੀ ਧਾਰਮਿਕ ਨਫ਼ਰਤ ਨੂੰ ਜਾਤ-ਪਾਤੀ ਤਿਰਸਕਾਰ ਦੀ ਪੁੱਠ ਚੜ੍ਹੀ ਹੋਈ ਸੀ। ਉਹਨਾਂ ਲਈ ਮੁਸਲਮਾਨ ਨਿਰੇ ਮਲੇਸ਼ ਹੀ ਨਹੀਂ, ਨਾਲ ਅਛੂਤ ਵੀ ਸਨ, ਜਿਨ੍ਹਾਂ ਨਾਲ ਨਾ ਖਾਣ ਪੀਣ ਸਾਂਝਾ ਹੋ ਸਕਦਾ ਸੀ, ਨਾ ਕੋਈ ਸਮਾਜੀ ਮੇਲ ਜੋਲ ਸੰਭਵ ਸੀ।
इस करके गुरु साहिब दे मनुखी बराबरी दे संदेश की तरह ही मनुखी भाईचारे का सुनेहा भी कट्टड़ विश्वासी मुसलमानां ते जात अभिमानी हिंदुआं अंदर ना सिर्फ बेआरामी पैदा करता सी सगों उन्हां नूं सिख धर्म ते गुरुआं दे सरगर्म विरोध लई उकसाउंदा सी। इस उकसाहट की वजह करके ही दिल्ली के एक हिंदू खत्तरी ने सुल्तान कोल गुरु नानक साहिब के खिलाफ यह शिकायत की सी कि ना वह वेद नूं मानदा है ना कतेब नूं मानदा है। गुरु अमरदास जी के वेले तक जाके इस विरोध ने वध खरवा रूप ग्रहण कर लिया सी। खत्तरियां ते ब्राह्मणां ने गोंदे मरवाहे दे पुत्तर दे जरिए गुरु अमरदास जी के विरुद्ध पहला लाहौर के हाकम जाफर बेग अते फिर उसके पुत्र ताहर बेग के कन्न भरन दीआं भरपूर कोशिशां कीतियां, पर जद उन्होंने गुरु साहिब के खिलाफ कोई कार्रवाई ना की तो बादशाह अकबर तक पहुँच की गई। पर क्योंकि शहनशाह अकबर गुरु साहिब जी की इलाही रमज़ का भेती सी, इस करके गुरु साहिब के खिलाफ हिंदुआं वल्लों कीती इस चुगली का उसके मन उत्ते रत्ती भर भी असर ना होया। असीं इत्थे जिस गल उत्ते खास जोर देना चाहुंदे हां ਉਹ ਇਹ है कि सिख धर्म ते गुरुआं दा विरोध दोवां ही धरां हिंदू सनातनीआं ते मुस्लिम कट्टड़पंथियां वल्लों बराबर मात्रा विच होया। सगों चौथी पातशाही तक यह छेड़ हिंदू पक्ष वल्लों वध छिड़दी रही। चौथा, सिख फलसफे अंदर सदाचार नूं वड्डा महत्व दिता गया है। सचो उरै सब को उपर सच आचार, भाव यह कि सदाचारी मनुख ਉਹ नहीं जिसनों सदाचार की वाकफियत है, सगों ਉਹ जो इसनों अमल विच रूपमान करता है। सिख फलसफा ਜਾਂ ਇਹ कह लईए कि मानववाद जिस सदाचार की मंग करता है ਉਹ ना जात पाती चौकटे विच संभव हो सकता है। वर्ण आश्रम के नैतिक फर्ज अजिहे आचरण का निखेध करते हैं ਅਤੇ ना शरीयत के कट्टड़ विधान अंदर मुमकिन हो सकता है। इस करके सिख धर्म के इस असूल नूं अमल अंदर साकार करन लई भी भारत अंदर प्रचलित दोनों मजहबां नालों वखरे तीसरे पंथ की स्थापना अति जरूरी सी। पंजवां, गुरु साहिब ने मनुखा नूं नफरत छड्ड के प्यार करन दा इलाही संदेश दिता, पर गुरु साहिब जानते सन कि खाली भावना नाल ही हिरदियां अंदर प्यार दा बीज नहीं पुंगर सकदा। इस बीज दे पुंगरन लई हिरदे दी भौएं वत्तर होनी जरूरी है। भाव यह कि हिरदे नूं उस जहरीले मादे तो सुरखरू करना जरूरी है जो प्यार दे बीज नूं पुगरन तो रोकदा है। यह जहरीला मादा है मंद भावना, दवैक, ईरखा, वैर, भै, सहम, कायरता आदि। बराबरी के भाव तो बगैर सच्चा प्यार संभव नहीं हो सकता। निरभै ते निर्वैर व्यक्ति ही सच्चा प्यार कर सकता है। जात पाती विचारधारा जां शरीयत की जकड़ विच आए मन इन्हां दूषित तत्तां तो सुरखरू नहीं हो सकते। इस करके मनुखी हिरदियां अंदर प्यार दे अमृत का संचार करन लई इन्हां निखेध विचारधारावां नूं अते इन्हां दियां बुनियादां उत्ते उसरियां होईयां संस्थावां कर्मवार जात पाती समाजिक प्रबंध अते हुक्मरानी ढांचा नूं चोट निशाना बनाउणा जरूरी सी। इस वजह करके ही गुरु साहिब का प्यार का संदेश भी हिंदू ते मुस्लिम दोवां ही वर्गां दे रूढ़ीवादी तत्तां अंदर हौल पैदा करता सी। प्यार दे इस शीतल संदेश नूं भस्म करन लई उन्हां दे हिरदियां अंदरों नफरत दीआं तेज हवाड़ां उठदियां रहीआं। किन्ना करुणामयी व्यंग है कि नानक सच दे वणजारिआं नूं प्यार का संदेश देण लई भी पंजाब दी सरजमीन नूं अपने लहू नाल शराबोर तरबतर करना पिया। छेवां, जिथे बराबरी की भावना नहीं उत्थे सच्ची सेवा का जज्बा नहीं फल सकता। सेवा का दंभ हो सकता है। सिख पंथ अंदर सेवा के सुच्चे जज्बे नूं जिस शिद्दत ते शुद्धता नाल अमल विच लिआंदा गया वो अपनी मिसाल आप ही है। सिख धर्म इस गल्लों भी कुल धर्मां नालों न्यारा है। यह सिर्फ तां ही संभव हो सकिया कि सिख पंथ अंदर बराबरी के सिद्धांत नूं आदर्श पुणे की हद तक लागू किया गया सी। बाकी बराबरी की तां गल छड्डो, धर्मां दे इतिहास अंदर यह गल असलों ही न्यारी ते अनोखी सी कि गुरु ते उसदे सेवकां विच भी कोई पाड़ा नहीं सी रहण दिता गया। गुरु चेला, चेला गुरु, बेद हीरै हीरा, सो गुर सोई सिख है, ज्योति जोत समाणै। गुरु हरगोबिंद साहिब ने कहा सी कि सिख मोको प्राणन ते प्यारे।
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਉਣ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਉਹ ਹੁਣ ਉਹਨਾਂ ਗੁਰੂ ਜੀ ਨੂੰ ਅੰਮ੍ਰਿਤ ਛਕਾਉਣ। ਕਿਉਂਕਿ ਗੁਰੂ ਅਤੇ ਸਿੱਖ ਵਿੱਚ ਕੋਈ ਭੇਦ ਨਹੀਂ ਸੀ, ਇਸ ਕਰਕੇ ਗੁਰੂ ਦੀ ਸੇਵਾ ਨੇ ਸਹਿਜੇ ਹੀ ਸਿੱਖਾਂ ਦੀ ਸੇਵਾ ਦੀ ਸ਼ਕਲ ਫੜ ਲਈ। ਗੁਰਸਿੱਖ ਸੇਵਾ ਗੁਰ ਸਿੱਖਾ, ਗੁਰਸਿੱਖ ਮਾਂ ਪਿਓ ਭਾਈ ਪਿਤਾ। ਗੁਰਸਿੱਖਾਂ ਗੁਰਸਿੱਖ ਸੇਵ ਕਮਾਵਣੀ। गुरु गोबिंद सिंह जी का फरमान है, सेव करी इन ही की भावत और की सेव सुहात ना जी को। सिख रहतनामिਆਂ ਵਿੱਚ ਇਸ परंपरा ਦਾ लगातार जिक्र आउंदा है। निर्धन देख ना पास बहावै, सो तन खाही मूल कहावै। जो 10 सिख मंजे चढ़ सवन, गरीब सिख भुंजे सवन, आदर ना करन सो तन खाइए। रतन सिंह भंगू लिखदा है, किसै शरीको करै कऊ नाहे, दौड़ दौड़ सिंह टहल कमाहे। उन सिंह पास कऊ और सिंह आवे, उसे खिलाए के तो आप खावे। जिस सिख पै कम होए चून, उसे खुलावें आप रह ऊन। खालसा दल विच यह दस्तूर प्रचलित सी कि एक थां ते सब लेहो पोशाक, इक्कै थाए सब देवै राख, इक्कै थाए सब रखै कमाई, रखै नहीं कऊ तिसै छपाई। कि जात पात की जकड़ विच आए समाज अंदर सेवा का यह सुच्चा जज्बा इन्नी शिद्दत ते शुद्धता विच प्रगट हो सकता सी? कदाचित नहीं। इखलाक की यह बुलंदी जात पात के कायदे कानूनों तो नाबर हो के संभव हो सकती सी। इस करके भी अलग राह बनाउणा जरूरी सी। सो हथ रस्सा सिरे ते गंढ। सिख लहर के इतिहास का पत्तरा पत्तरा गवाह है कि किवें निरंतर यत्नां नाल सिखां नूं हिंदू समाज नालों निखेड़ के सिख पंथ उसारिया गया। जिन्हां कारणा करके सिख पंथ नूं हिंदू समाज नालों निखेड़ना जरूरी हो गया सी, उन्हां ही कारणा करके सिख पंथ का समकाली मुगल हकूमतां नाल टकराओ अटल हो गया सी। जिस किसी नूं सिख धर्म के बुनियादी असूलों ते मनोरथां की समझ पै गई, उस लई इस सच्चाई नूं समझना रती मुश्किल नहीं रह जाता। हर समाजी संगठन जां ढांचा कुछ निश्चित सिद्धांतां ते कदरां कीमतां दीआं बुनियादां उत्ते खड़ा हुंदा है। अपनी हिफाजत लई इन्हां सिद्धांतां ते कदरां कीमतां दी रखिया करनी इस ढांचे की जरूरी लोड़ बन जाती है। जिस तरह जात पाती विचारधारा ते इस नाल मेलवियां समाजी कदरां कीमतां हिंदू समाजी ढांचे की बुनियाद सन अते यह ढांचा इन्हां दी हर ढंग नाल रखिया करदा सी, उसे ही तरह मुगल हकूमत स्टेट की संस्था भी एक खास विचारधारा अते आर्थिक समाजी प्रबंध जगीरू प्रणाली दीआं नीहां उत्ते उसरी ते टिकी हुई सी। असीं देख आए हाँ कि सिख धर्म का हर बुनियादी सिद्धांत उपरोक्त दोनों संस्थावां मुगल स्टेट ते हिंदू जात पाती प्रबंध दीआं बुनियादां उत्ते चोट करदा सी। इस करके जात पाती प्रबंध ते जगीरू मर्यादा दीआं पालक शक्तियां वल्लों सिख धर्म का तिखा ते हिंसक विरोध होना अटल सी। गुरु साहिबान इस बारे जानी जान सन। उन्हां नूं मामूली जिहा भी कोई भुलेखा नहीं सी। उन्हां दे हर बोल दे पिछे डूंगी इलाही रमज सी। हर अमल दे पिछे वड्डा ख्याल ते मनसूबा सी। बाहरों मामूली दिखदे कम्मां दे पिछोकड़ विच वड्डे अर्थ काम करदे सन। निक्के इशारियां दे पिछे बहुत डूंगे भेद छुपे हुए सन। हर हरकत किसी वड्डे गतिवेग का हिस्सा सी। हर करतब किसी वड्डी खेड का प्रसंग सी। हर उड़ान किसी महाप्रवास का संकेत दिंदी सी। गुरु साहिबान जो करन जा रहे सन, उन्हां नूं उसके अर्थां की गहराई अते इस दे संभावित नतीजियां ते प्रतिकर्मां का पूरा ज्ञान सी। उन्हां नूं पता सी कि ओह एक महान ते अनूठी इनकलाबी काया पलटी करन जा रहे सन, जिस विच समाजी प्रबंधां इंसानां ते इंसानी रिश्तियां ने इस धरती उत्ते पहली बार कादर अते उसकी कुदरत के नियमां दे रंग विच पूरी तरह रंगिया जाना सी। यह कारज किसी भी पक्षों सुखाड़ा ते छिण भंगर विच होण वाला नहीं सी। इस नूं सदियां दी वाट तय करनी पैनी सी अते यह वाट साल सुधी नहीं सी जिस नूं वाहोदा करके पूरा किया जा सकदा। इस दे लई घुम्मण घेरे राहां चों लंघना पैना सी, जिथे पैर पैर ते वन सवन्नियां साजिशां, बेरहम वहिश्तां अते खौफनाक दहिश्तां दा पहरा सी। रावी दा कंडा, चांदनी चौंक,
ਸਰਸਾ ਦੇ ਪੱਤਣ, ਚਮਕੌਰ ਦੀ ਗੜੀ, ਸਰਹਿੰਦ ਦੀ ਦੀਵਾਰ, ਮਾਛੀਵਾੜੇ ਦੇ ਜੰਗਲ, ਲਾਹੌਰ ਦਾ ਨਕਸ ਚੌਂਕ, ਕਾਨੂੰਵਾਨ ਦਾ ਛੰਭ, ਕੁੱਪ ਰੋਹੀੜੇ ਦੇ ਖੂਨੀ ਮੈਦਾਨ ਇਸ ਵਾਟ ਦੇ ਮੁਕਾਮ ਸਨ ਅਤੇ ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ, ਆਰੇ, ਚਰਖੜੀਆਂ, ਰੰਬੀਆਂ, ਜੱਲਾਦਾਂ ਦੇ ਜੰਬੂਰ, ਟੋਕੇ ਤੇ ਦਗਦੀਆਂ ਸਲਾਖਾਂ ਇਸ ਰਾਹ ਦੇ ਸ਼ੁਗਲ ਸਨ। ਇਸ ਵਾਟ ਦੀ ਮੰਜ਼ਿਲ ਮਾਰਨ ਲਈ ਜੋ ਅਤੀ ਨਿਆਰੀ ਰਚਨਾ ਕਰਨੀ ਪੈਣੀ ਸੀ, ਉਸ ਦੇ ਲਈ ਗੁਰੂ ਨਾਨਕ ਸਾਹਿਬ ਦੇ ਦੈਵੀ ਆਪੇ ਨੂੰ ਕਈ ਜੀਵਨਾਂ ਵਿੱਚ ਪਲਟਣ ਦੀ ਲੋੜ ਸਭ ਨਾਲੋਂ ਪਹਿਲੀ ਜ਼ਰੂਰਤ ਸੀ। ਗੁਰੂ ਨਾਨਕ ਸੱਚ ਨੇ ਇੱਕ ਵਿਅਕਤੀ ਤੋਂ ਸ਼ੁਰੂ ਹੋ ਕੇ ਇਤਿਹਾਸ ਦੇ ਇੱਕ ਦੌਰ ਵਿੱਚੋਂ ਆਪਣੇ ਦੈਵੀ ਨਿਯਮ ਦੇ ਨਕਸ਼ ਤਰਾਸ਼ਣੇ ਸਨ, ਕਿਉਂਕਿ ਉਸਨੇ ਜਿਸ ਮਹਾਸੰਗਤ ਵਿੱਚ ਪਲਟਣਾ ਸੀ ਉਸ ਦੀ ਮਹਾਨਤਾ ਇਹੋ ਮੰਗ ਕਰਦੀ ਸੀ। ਇਸਨੇ ਆਪਣੀ ਨਿਆਰੀ ਹੋਂਦ ਨੂੰ ਜ਼ਾਹਰ ਕਰਨਾ ਸੀ। ਮਾਨਵ ਜਾਤੀ ਦੇ ਭਲੇ ਲਈ ਇਸ ਨਿਆਰੀ ਹੋਂਦ ਨੂੰ ਮਜ਼ਹਬਾਂ ਦੇ ਪ੍ਰਸੰਗ ਵਿੱਚ ਰੱਖਣਾ ਜ਼ਰੂਰੀ ਸੀ ਅਤੇ ਜੇ ਇਸ ਨਿਆਰੀ ਹੋਂਦ ਨੇ ਮਜ਼ਹਬਾਂ ਦੀ ਕਤਾਰ ਵਿੱਚ ਖੜੇ ਹੋਣਾ ਸੀ ਤਾਂ ਇਸ ਦਾ ਬਾਹਰੀ ਰੂਪ ਵਿੱਚ ਨਿਖੇੜਾ ਕਰਨਾ ਜ਼ਰੂਰੀ ਸੀ। ਉਸ ਦੀ ਬਾਹਰੀ ਇਤਿਹਾਸਕ ਹੋਂਦ ਦੇ ਕਾਇਮ ਰਹਿਣ ਲਈ ਇਹ ਲਾਜ਼ਮੀ ਸੀ। ਸਿੱਖ ਧਰਮ ਨੂੰ ਇਸ ਦੀ ਅਸਲੀ ਨਿਰਮਲ ਨੁਹਾਰ ਵਿੱਚ ਸਮਝਣ ਲਈ ਇਹ ਨੁਕਤਾ ਬੇਹੱਦ ਮਹੱਤਵਪੂਰਨ ਹੈ। ਇਸ ਨੂੰ ਸਮਝੇ ਬਿਨਾਂ ਸਿੱਖ ਧਰਮ ਦੀ ਵਿਲੱਖਣਤਾ ਦੇ ਸੱਚ ਦੀ ਸਹੀ ਸਮਝ ਨਹੀਂ ਪੈ ਸਕਦੀ। ਹਰ ਵੰਨਗੀ ਦੇ ਹਿੰਦੂਆਂ, ਖੱਬੇ ਪੱਖੀਆਂ ਤੇ ਉਦਾਰਵਾਦੀਆਂ ਦੀ ਸਿੱਖ ਧਰਮ ਪ੍ਰਤੀ ਪਹੁੰਚ ਵਿੱਚ ਇੱਕ ਅਜੀਬ ਸਮਾਨਤਾ ਦੇਖਣ ਨੂੰ ਮਿਲਦੀ ਹੈ। ਉਹਨਾਂ ਸਾਰਿਆਂ ਅੰਦਰ ਨਿਵੇਕਲੀ ਸਿੱਖ ਵਿਚਾਰਧਾਰਾ ਤੇ ਨਿਵੇਕਲੀ ਸਿੱਖ ਪਛਾਣ ਨੂੰ ਇੱਕ ਦੂਜੇ ਨਾਲੋਂ ਅੱਡ ਕਰਨ, ਦੋਵਾਂ ਵਿਚਕਾਰ ਇੱਕ ਦਵੈਤ ਖੜੀ ਕਰਨ ਅਤੇ ਅਖੀਰ ਵਿੱਚ ਸਿੱਖ ਵਿਚਾਰਧਾਰਾ ਨੂੰ ਨਿਖੜਵੇਂ ਰੂਪ ਵਿੱਚ ਉਚਿਆਉਣ ਪਰ ਸਿੱਖ ਪਛਾਣ ਨੂੰ ਛੁਟਿਆਉਣ ਦੀ ਰੁਚੀ ਆਮ ਪਾਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਤੇ ਮਿਸ਼ਨ ਨੂੰ ਸਿੱਖ ਪੰਥ ਦੀ ਅਡਰੀ ਹੋਂਦ ਤੇ ਹਸਤੀ ਦੇ ਵਿਰੋਧ ਵਿੱਚ ਖੜੇ ਕਰਨ ਦੇ ਯਤਨ ਕੀਤੇ ਜਾਂਦੇ ਹਨ। ਆਮ ਹੀ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਮਨੋਰਥ ਕੋਈ ਵੱਖਰਾ ਧਰਮ ਚਲਾਉਣਾ ਅਥਵਾ ਕੋਈ ਵੱਖਰਾ ਭਾਈਚਾਰਾ ਸਥਾਪਿਤ ਕਰਨਾ ਨਹੀਂ ਸੀ। ਇਸ ਮੰਤਵ ਲਈ ਗੁਰੂ ਸਾਹਿਬ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੇ ਗਲਤ ਅਰਥ ਕੱਢੇ ਜਾਂਦੇ ਹਨ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਦਾ ਇੱਕਮਾਤਰ ਸਰੋਕਾਰ ਸੰਸਾਰ ਅੰਦਰ ਮਨੁੱਖੀ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ ਅਤੇ ਉਹਨਾਂ ਤੋਂ ਅਗਲੇ ਗੁਰੂਆਂ ਨੇ ਜੋ ਵੀ ਜਥੇਬੰਦਕ ਕਦਮ ਚੁੱਕੇ ਉਹ ਵੇਲੇ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਚੁੱਕੇ ਸਨ ਅਤੇ ਹੁਣ ਕਿਉਂਕਿ ਸਥਿਤੀਆਂ ਬਦਲ ਗਈਆਂ ਹਨ, ਇਸ ਕਰਕੇ ਹੁਣ ਉਹਨਾਂ ਜਥੇਬੰਦਕ ਕਦਮਾਂ ਦੀ ਉਨੀ ਅਮਲੀ ਮਹੱਤਤਾ ਤੇ ਸਾਰਥਿਕਤਾ ਨਹੀਂ ਰਹੀ। ਗੁਰਬਖਸ਼ ਸਿੰਘ ਪ੍ਰੀਤਲੜੀ, ਜੋ ਆਪਣੇ ਵੇਲੇ ਦੇ ਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਲੇਖਕ ਸਨ, ਨੇ ਜਨਵਰੀ 1935 ਵਿੱਚ ਪਰਮ ਮਨੁੱਖ ਦੇ ਅਨੁਮਾਨ ਹੇਠ ਗੁਰੂ ਗੋਬਿੰਦ ਸਿੰਘ ਬਾਰੇ ਇੱਕ ਲੇਖ ਲਿਖਿਆ ਸੀ, ਜੋ ਉਸ ਵੇਲੇ 4 ਪਰਚੀਆਂ ਪ੍ਰੀਤਲੜੀ, ਅਕਾਲੀ ਪੱਤਰਿਕਾ, ਅੰਮ੍ਰਿਤ ਅਤੇ ਦੇਸ਼ ਦਰਪਣ ਦੇ ਵਿੱਚ ਛਪਿਆ ਸੀ। ਇਸ ਲੇਖ ਵਿੱਚ ਲੇਖਕ ਨੇ ਬਹੁਤ ਭਰੋਸੇ ਤੇ ਦਾਅਵੇ ਨਾਲ ਹੇਠ ਲਿਖੀਆਂ ਗੱਲਾਂ ਕਹੀਆਂ ਸਨ ਕਿ ਪਹਿਲਾ, ਗੁਰੂ ਸਾਹਿਬ ਦਾ ਮਿਸ਼ਨ ਕੋਈ ਵੱਖਰਾ ਮਜ਼ਹਬ ਚਲਾਉਣਾ ਨਹੀਂ ਸੀ, ਸਗੋਂ ਖਾਲਸਾ ਸੇਵਕਾਂ ਦੀ ਇੱਕ ਮੁਕਤੀ ਫੌਜ ਜੋੜਨਾ ਸੀ ਜਿਹੜੀ ਇਨਸਾਫ ਦੀ ਰਾਖੀ ਤੇ ਲੋੜਵੰਦਾਂ ਦੀਆਂ ਔਕੜਾਂ ਦੂਰ ਕਰ ਸਕਦੀ। ਦੂਜਾ, ਰਹਿਤ ਤੋਂ ਭਾਵ ਜੀਵਨ ਹੈ, ਕਕਾਰਾਂ ਦੀ ਰਹਿਤ ਨਹੀਂ। ਗੁਰੂ ਸਾਹਿਬ ਚਿੰਨ੍ਹਾਂ ਨਾਲ ਸੰਤੁਸ਼ਟ ਨਹੀਂ ਸਨ ਹੁੰਦੇ, ਉਹ ਜੀਵਨ ਮੰਗਦੇ ਸਨ, ਸੇਵਾ ਮੰਗਦੇ ਸਨ, ਸੱਚਾਈ ਮੰਗਦੇ ਸਨ। ਤੀਜਾ, ਗੁਰੂ ਸਾਹਿਬ ਦੇ ਵੇਲੇ ਸੁਤੰਤਰਤਾ ਦੇ ਅਬਚਲ ਨਗਰ ਨੂੰ ਇੱਕੋ ਹਿੰਸਾ ਦੀ ਤੰਗ ਜਿਹੀ ਪਗਡੰਡੀ ਜਾਂਦੀ ਸੀ। ਅੱਜ ਮੰਨੇ ਪ੍ਰਮੰਨੇ ਅਹਿੰਸਾ ਇੰਜੀਨੀਅਰਾਂ ਗਾਂਧੀ, ਟਾਲਸਟਾਏ, ਬਰਨਾਰਡ ਸ਼ਾਹ, ਰੋਮਾ ਰੋਲਾਂ, ਵਿਲਸਨ ਨੇ ਇੱਕ ਸ਼ਾਹ ਰਾਹ ਦੀ ਸਰਵੇ ਕਰ ਦਿੱਤੀ ਹੈ। ਇਸ ਲੇਖ ਉੱਤੇ ਉਸ ਵੇਲੇ ਤਕੜਾ ਵਿਵਾਦ ਚੱਲਿਆ। ਸ਼ਰਧਾਵਾਨ ਸਿੱਖਾਂ ਨੂੰ ਇਸ ਲੇਖ ਵਿੱਚ ਕੁਝ ਗੱਲਾਂ ਅਤੀ ਇਤਰਾਜ਼ਯੋਗ ਲੱਗੀਆਂ, ਪਰੰਤੂ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਨਾਮਵਰ ਸਿੱਖ ਵਿਦਵਾਨਾਂ ਨੇ ਇਸ ਵਿਵਾਦ ਵਿੱਚ ਲੇਖਕ ਦਾ ਖੁੱਲ੍ਹ ਕੇ ਪੱਖ ਲਿਆ। ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਨਿਰੰਜਨ ਸਿੰਘ, ਸੋਢੀ ਦਰਬਾਰਾ ਸਿੰਘ ਅਤੇ ਭਾਈ ਸ਼ੇਰ ਸਿੰਘ MSc ਆਦਿ ਵਿਦਵਾਨ ਲੋਕਾਂ ਨੇ ਗੁਰਬਖਸ਼ ਸਿੰਘ ਦੇ ਹੱਕ ਵਿੱਚ ਲਿਖਿਆ। ਪ੍ਰਸਿੱਧ ਸਿੱਖ ਵਿਦਵਾਨ ਭਾਈ ਜੋਧ ਸਿੰਘ ਪਹਿਲਾਂ ਤਾਂ ਖਾਮੋਸ਼ ਰਹੇ, ਪਰ ਕੁਝ ਲੋਕਾਂ ਨੇ ਜਦ ਚਿੱਠੀਆਂ ਲਿਖ ਕੇ ਜ਼ੋਰ ਪਾਇਆ ਤਾਂ ਉਹਨਾਂ 2 ਸੰਖੇਪ ਜਿਹੀਆਂ ਚਿੱਠੀਆਂ ਅਕਾਲੀ ਪੱਤਰਿਕਾ ਵਿੱਚ ਛਪਵਾਈਆਂ, ਜਿਨ੍ਹਾਂ ਵਿੱਚ ਉਹਨਾਂ ਮੂਲ ਤੌਰ 'ਤੇ ਗੁਰਬਖਸ਼ ਸਿੰਘ ਦਾ ਹੀ ਪੱਖ ਪੂਰਿਆ। ਉਹਨਾਂ ਲਿਖਿਆ ਕਿ ਕੇਵਲ ਇੱਕੋ ਜਗ੍ਹਾ ਲੇਖਕ ਜੀ ਤੋਂ ਨਿੱਕੀ ਜਿਹੀ ਉਕਾਈ ਹੋਈ ਹੈ, ਕਕਾਰਾਂ ਦੇ ਮਾਮਲੇ 'ਚ। ਬਾਕੀ ਸਾਰਾ ਮਜ਼ਮੂਨ ਜੇ ਪ੍ਰਸੰਗ ਅਨੁਸਾਰ ਪੜ੍ਹਿਆ ਜਾਵੇ ਤਾਂ ਮੇਰੀ ਰਾਏ ਵਿੱਚ ਦੋਸ਼ਹੀਨ ਹੈ।
हैरानी ते दुख वाली गल यह कि लेखक वालों सिख धर्म नूं एक वक्खरे मजहब वजों कबूल करन तो इनकारी होण दी गल कौम के किसी भी विद्वान नूं गलत अते इतराज़योग नहीं लगी। ज़्यादातर सिखां नूं ककारां वाली ते शांति वाली गल ही बुरी लगी। विद्वान लेखक का यह कहना कि गुरु साहिब का मिशन कोई वक्खरा मजहब चलाउणा नहीं सी, सगों खालसा सेवकां दी एक मुक्ति फौज जोड़ना सी जिहड़ी इंसाफ की राखी ते लोड़वंदां दीआं औकड़ां दूर कर सकदी। सिख पंथ नूं किसी स्काउट संस्था के रूप विच चितवना ते चितरना है। सिख धर्म की अजिही प्रतੱਖ रूप विच गलत अते बेअदबी भरपूर व्याख्या नूं इस कदर सहन कर लैण अते कौम के नामवर विद्वानां द्वारा इस दी निशंग पुणे नाल प्रौढ़ता ते हौसला अफजाई करन दे तत्थ तो सिख जगत की तत्काली धार्मिक चेतना की तस्वीर पूरी तरह साफ हो जाती है। गुरबख्श सिंह का यह लेख अते सिख विद्वानां वल्लों इस दी प्रौढ़ता कोई भुल भुलेखे वापरी टुटवीं इकहरी घटना नहीं सी। यह सिख धर्म बारे आधुनिकवादी समझ अते अर्थ पेशकारी की प्रचलित परंपरा नूं रूपमान करदा एक नुमाया दृष्टांत सी। गुरु नानक देव जी के फलसफे की अजिही गलत अर्थ पेशकारी दीआं जड़ां उस हिंदू अध्यात्मवादी परंपरा विच लगियां होईयां हन जिस मुताबक धर्म नूं संसारी जीवन तो निखेड़ दिता जाता है अते रूहानी मुक्ति नूं निज तक सुंगेड़ दिता जाता है। हिंदू अध्यात्मवादी परंपरा उस वातावरण विच प्रवान चढ़ी सी जिस विच वर्ण आश्रम धर्म नूं सलामत रखना प्रमुख उद्देश बनिया होया सी। अखौती सवर्ण जातियां यह गल कदाचित नहीं सन चाहुंदियां कि धर्म द्वारा वर्ण वंड के सिद्धांत वाल अते इस अनुसार उसरे हुए आर्थिक ते समाजी ताणे बाणे वाल उंगल उठाई जाए। इस करके रूहानी तांग नूं बहुत ही सफाई नाल संन्यास जां तपस्या दे राह पा दिता गया। तपे जोगी नाथ फकीर ते सन्यासी आदि सारे अपने आप नूं समाज नालों अलग करके जात पाती प्रबंध वाल बिना उंगल उठाए रूहानी आदर्श हासिल करन लई इकल्लता विच जो जी चाहे कर सकते सन। इस तरह धर्म नूं संसारी जीवन तो खास करके राजसी जीवन तो निखेड़ दिता गया। धर्म का यह रवायती हिंदू संकल्प गुरु साहिब के फलसफे ते उद्देशां दे अनुकूल नहीं सी। जे मनोरथ धरती उत्ते न्याय का निज़ाम कायम करना सी तां वर्ण आश्रम धर्म नाल किसी भी किस्म का समझौता संभव नहीं सी। इस दे पूर्ण खात्मे तो बगैर न्याय का राज कायम नहीं सी हो सकता। अजिहा इनकलाबी आदर्श हिंदू अध्यात्मक परंपरा लई बिल्कुल ओपरा सी। ओपरा ही नहीं दुश्मनाना सी। गुरु साहिब ने हिंदू अध्यात्मक परंपरा के एकदम उल्ट जाके धर्म बारे असलों ही वखरा दृष्टिकोण उभारिया। इस मुताबक व्यक्ति ते समाज नूं एक दूजे नालों निखेड़िया नहीं जा सकता। सिखी मुताबक अन्याय भरे समाजी ते राजसी प्रबंध वल्लों अखां मीच के सच्चा धर्म ते सदाचार प्रफुल्लित नहीं हो सकते। धार्मिक ते समाजी जां सियासी गुलामी नाल रूहानी मुक्ति का मेल संभव नहीं हो सकता। निजी अर्थां विच मुक्ति जां रूहानी आनंद की प्राप्ति सिੱਖੀ का आदर्श नहीं है। सिख फलसफे मुताबक जीवन एक सालम हस्ती एंटिटी है जिस दे टुकड़े नहीं किए जा सकते। इस नूं कतई अर्थां विच धार्मिक ते समाजी जां सियासी खंडां विच तकसीम नहीं किया जा सकता। गुरु साहिबान अनुसार धर्म नूं जीवन चों पैदा होईयां सबना समस्यावां ते चुनौतियां दा टाकरा करना पैना है। धर्म का निशाना सिर्फ व्यक्ति के चरित्र नूं बदलना नहीं सगों उसके समाजी ते सियासी वातावरण नूं बदलना है, क्योंकि यह वातावरण व्यक्ति के चरित्र की उसारी नूं अहम रूप विच प्रभावित करता है। मनुख ते समाज दोवां दा पूर्ण काया कल्प किए बिना आज़ाद वातावरण जो कि मनुखी हस्ती के पूर्ण विकास लिए जरूरी शर्त है नहीं सिरजिया जा सकता। अपने इस एकात्मिक धार्मिक नज़रिए मुताबक गुरुआं ने सिख लहर नूं दो मुखी दिशा दी। पहली सी व्यक्ति ते समाज दोनों दीआं कदरां कीमतां नूं बदलण उत्ते जोर देना। दूजा ना बराबरी की बुनियाद उत्ते उसरे धार्मिक समाजी ते सियासी ताणे बाणियां नूं बदलना। यह दोनों अमल संयुक्त अथवा जुड़वें सन। दोनों एक दूजे के पूरक सन। एक नूं छड्ड के दूजा संभव नहीं सी। इस तरह सिख पंथ की निवेकली जथेबंदी सिख धर्म की निवेकली विचारधारा का संजीव अंग है। दोवां नूं एक दूजे नालों निखेड़िया नहीं जा सकता। संकल्प ते संस्थावां का संयोग भी सिख धर्म के निवेकले मुहांदरे की साखी भरदा है। यह संस्थावां किसी खास वेले की लोड़ सारन लई ही होंद विच नहीं आईयां।
ਇਹ ਸਰਬਕਾਲ ਲਈ ਹਨ ਅਤੇ ਉਹਨਾਂ ਦੇ ਪੈਰ ਡੂੰਘੇ ਸਿਧਾਂਤਾਂ ਸੰਕਲਪਾਂ ਵਿੱਚ ਹਨ। ਸਿੱਖ ਧਰਮ ਦਾ ਇਹ ਲੱਛਣ ਇਸ ਨੂੰ ਭਾਰਤੀ ਹਿੰਦੂ ਅਧਿਆਤਮਕ ਪਰੰਪਰਾ ਸਮੇਤ ਭਗਤੀ ਲਹਿਰ ਦੇ ਨਾਲੋਂ ਅਹਿਮ ਰੂਪ ਵਿੱਚ ਨਿਖੇੜਦਾ ਹੈ। ਭਗਤੀ ਲਹਿਰ ਦੇ ਆਗੂ ਅਤੇ ਨਾਥ ਪੰਥੀ ਤੇ ਸੰਤ ਸੰਪਰਦਾ ਦੇ ਮੋਹਰੀ ਆਪਣੇ ਨਿੱਜੀ ਜੀਵਨ, ਆਚਰਣ ਤੇ ਸ਼ਖਸੀਅਤ ਅਤੇ ਆਪਣੇ ਨਰਮ ਸੁਖਦ ਉਪਦੇਸ਼ਾਂ ਦੀ ਖਿੱਚ ਸਦਕਾ ਕਾਫੀ ਸਾਰੇ ਲੋਕਾਂ ਨੂੰ ਆਪਣੇ ਇਰਦ ਗਿਰਦ ਇਕੱਠੇ ਕਰ ਲੈਣ ਵਿੱਚ ਸਫਲ ਹੋ ਜਾਂਦੇ ਸਨ। ਅਜਿਹੇ ਚੌਖੇ ਪ੍ਰਮਾਣ ਮਿਲਦੇ ਹਨ ਕਿ ਇਹਨਾਂ ਮੁਰਸ਼ਿਦਾਂ ਦੇ ਮੁਰੀਦਾਂ ਦੀਆਂ ਆਪ ਮੁਹਾਰੇ ਤੌਰ ਤੇ ਹੀ ਛੋਟੀਆਂ ਜਾਂ ਵੱਡੀਆਂ ਮੰਡਲੀਆਂ ਜ਼ਰੂਰ ਵਿਕਸਿਤ ਹੋ ਜਾਂਦੀਆਂ ਰਹੀਆਂ, ਪਰੰਤੂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਇਹਨਾਂ ਵਿੱਚੋਂ ਕਿਸੇ ਵੀ ਮੁਰਸ਼ਿਦ ਦੁਆਰਾ ਆਪਣੇ ਸ਼ਰਧਾਲੂਆਂ ਨੂੰ ਇੱਕ ਵੱਖਰੇ ਭਾਈਚਾਰੇ ਦਾ ਰੂਪ ਦੇਣ ਦੀ ਕੋਈ ਚੇਤੰਨ ਕੋਸ਼ਿਸ਼ ਕੀਤੀ ਗਈ ਹੋਵੇ। ਉਹਨਾਂ ਨੇ ਆਪਣੇ ਸ਼ਰਧਾਲੂਆਂ ਦੇ ਹਿੱਤ ਲਈ ਆਪਣੇ ਅਨੁਭਵਾਂ ਤੇ ਉਪਦੇਸ਼ਾਂ ਨੂੰ ਜਥੇਬੰਦਕ ਸਰੂਪ ਅਤੇ ਬਜਵੀਂ ਤਰਤੀਬ ਦੇਣ ਦਾ ਕੋਈ ਯਤਨ ਨਹੀਂ ਕੀਤਾ। ਸਿੱਟਾ ਇਹ ਨਿਕਲਿਆ ਕਿ ਉਹ ਆਪਣੇ ਉਪਦੇਸ਼ਾਂ ਤੇ ਆਪਣੇ ਸ਼ਰਧਾਲੂਆਂ ਦੀ ਸੰਗਤ ਨੂੰ ਲਗਾਤਾਰਤਾ ਪ੍ਰਦਾਨ ਨਾ ਕਰ ਸਕੇ। ਦੂਸਰੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤਾਂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਉਹਨਾਂ ਨੇ ਆਪਣੇ ਮਤ ਨੂੰ ਸੰਸਥਾਈ ਰੂਪ ਦੇਣ ਦਾ ਕਦੇ ਵੀ ਕੋਈ ਯਤਨ ਕੀਤਾ ਹੋਵੇ, ਜਿਸ ਤੋਂ ਪਤਾ ਚੱਲਦਾ ਹੈ ਕਿ ਆਪਣੇ ਇਰਦ ਗਿਰਦ ਜੁੜੇ ਲੋਕਾਂ ਨੂੰ ਭਲੇ ਮਨੁੱਖ ਬਣਾਉਣ ਤੋਂ ਸਿਵਾ ਉਹਨਾਂ ਦੇ ਸਾਹਮਣੇ ਹੋਰ ਕੋਈ ਸਮਾਜੀ ਮਨੋਰਥ ਨਹੀਂ ਸੀ। ਉਹਨਾਂ ਦਾ ਨਿਸ਼ਾਨਾ ਵਿਅਕਤੀਗਤ ਸੀ, ਕਿਸੇ ਵੀ ਅਹਿਮ ਅਰਥਾਂ ਵਿੱਚ ਸਮਾਜੀ ਨਹੀਂ ਸੀ। ਸ਼੍ਰੀ ਚੈਤਨਯ ਜੋ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ, ਸ਼ਾਇਦ ਇੱਕੋ ਇੱਕ ਹਿੰਦੂ ਅਧਿਆਤਮਕ ਰਹਿਬਰ ਸੀ ਜੋ ਸਮਾਜੀ ਮਨੋਰਥ ਲੈ ਕੇ ਚੱਲਿਆ ਅਤੇ ਜਿਸ ਨੇ ਇਸ ਮੰਤਵ ਲਈ ਵੱਖਰਾ ਭਾਈਚਾਰਾ ਵੀ ਸਿਰਜਣਾ ਚਾਹਿਆ ਸੀ। ਪਰੰਤੂ ਬਿੰਦਰਾਬਨ ਦੇ ਗੋਸਵਾਮੀਆਂ ਨੇ ਚੈਤਨਯ ਦੇ ਉਪਦੇਸ਼ਾਂ ਨੂੰ ਅਜਿਹੀ ਬ੍ਰਾਹਮਣਵਾਦੀ ਪੁੱਠ ਚਾੜ ਦਿੱਤੀ ਕਿ ਪੁੰਗਰ ਰਿਹਾ ਇਹ ਨਵਾਂ ਭਾਈਚਾਰਾ ਮੁੜ ਕੇ ਫਿਰ ਛੇਤੀ ਹੀ ਉਸੇ ਹਿੰਦੂਵਾਦੀ ਜੰਜਾਲ ਵਿੱਚ ਉਲਝ ਕੇ ਰਹਿ ਗਿਆ। ਭਾਈ ਜੋਧ ਸਿੰਘ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਭਗਤੀ ਲਹਿਰ ਨਾਲੋਂ ਸਿਧਾਂਤਕ ਨਿਖੇੜਾ ਕਰਦੇ ਹੋਏ ਲਿਖਦੇ ਹਨ ਕਿ ਭਗਤੀ ਸੰਪਰਦਾ ਦੇ ਪ੍ਰਚਾਰ ਕਰਨ ਵਾਲੇ ਕਈ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਹੈ, ਪਰੰਤੂ ਤੁਸਾਂ ਉਸ ਬਾਣੀ ਵਿੱਚ ਘੱਟ ਹੀ ਕੋਈ ਸ਼ਬਦ ਐਸਾ ਵੇਖਿਆ ਹੋਣਾ ਹੈ ਜਿਸ ਵਿੱਚ ਉਸ ਸਮੇਂ ਦੇ ਰਾਜ ਪ੍ਰਬੰਧ ਉੱਪਰ ਟੀਕਾ ਟਿੱਪਣੀ ਕੀਤੀ ਗਈ ਹੋਵੇ। ਪਰਮਾਤਮਾ ਨਾਲ ਪ੍ਰੇਮ, ਉਸ ਦੇ ਨਾਮ ਦਾ ਸਿਮਰਨਾ, ਉਸ ਦੀ ਰਜ਼ਾ ਤੇ ਸ਼ਾਕਰ ਰਹਿਣਾ ਆਦਿ ਸਿਧਾਂਤ ਡਾਢੇ ਮਿੱਠੇ ਤੇ ਪਿਆਰ ਭਰੇ ਸ਼ਬਦਾਂ ਵਿੱਚ ਗੁੰਦੇ ਹੋਏ ਮਿਲਣਗੇ। ਦੁਨੀਆ ਦੀ ਅਨਸਥਿਰਤਾ ਦੀ ਹੂਬਹੂ ਤਸਵੀਰ ਦਿਲ ਉੱਤੇ ਉਕਰੀ ਜਾਵੇਗੀ। ਮਨ ਨੂੰ ਚੰਗੀਆਂ ਕਰਾਰੀਆਂ ਚੋਟਾਂ ਇਸ ਭਾਵ ਦੀਆਂ ਲੱਗਣਗੀਆਂ ਕਿ ਉਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕਿਉਂ ਆਪਣਾ ਜਨਮ ਗਵਾ ਰਿਹਾ ਹੈ। ਨਾਮਦੇਵ ਜੀ ਤੇ ਕਬੀਰ ਜੀ ਦੇ ਕੁਝ ਸ਼ਬਦਾਂ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਰਾਜ ਵੱਲੋਂ ਕੁਝ ਤਸੀਹੇ ਦਿੱਤੇ ਗਏ, ਪਰ ਭਗਤਾਂ ਨੇ ਉਸ ਨੂੰ ਸਿਰ ਮੱਥੇ ਤੇ ਝੱਲਿਆ ਤੇ ਸਮੇਂ ਦੇ ਰਾਜਸੀ ਪ੍ਰਬੰਧ ਬਾਬਤ ਕੋਈ ਰਾਏ ਨਾ ਪ੍ਰਗਟ ਕੀਤੀ। ਇਸ ਦੀ ਤੁਲਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਰਾਜਸੀ ਪ੍ਰਬੰਧ ਤੇ ਰਾਜਸੀ ਹੁਕਮਰਾਨਾਂ ਵਿਰੁੱਧ ਤਕੜੇ ਜ਼ੋਰਦਾਰ ਸ਼ਬਦਾਂ ਵਿੱਚ ਆਵਾਜ਼ ਉਠਾਈ। ਉਹਨਾਂ ਨੇ ਰਾਜਿਆਂ ਨੂੰ ਸ਼ੀ ਤੇ ਕਸਾਈ ਅਤੇ ਮੁਕੱਦਮਾਂ ਨੂੰ ਕੁੱਤੇ ਕਿਹਾ। ਭਾਈ ਜੋਧ ਸਿੰਘ ਮੁਤਾਬਕ ਗੁਰੂ ਸਾਹਿਬ ਦੀ ਇਹ ਨਿਧੜਕ ਨੁਕਤਾਚੀਨੀ ਸੁਭਾਵਕ ਸੀ। ਇਸ ਦਾ ਸਬੰਧ ਸਿੱਖ ਧਰਮ ਦੇ ਨਿਆਰੇ ਖਾਸੇ ਨਾਲ ਜੁੜਿਆ ਹੋਇਆ ਸੀ। ਪ੍ਰਚਲਿਤ ਹਿੰਦੂ ਪਰੰਪਰਾ ਦੇ ਉਲਟ ਸਿੱਖ ਧਰਮ ਜੋਗੀਆਂ, ਸੰਨਿਆਸੀਆਂ, ਜਤੀਆਂ ਸਤੀਆਂ, ਹਠੀਆਂ ਤਪੀਆਂ ਦਾ ਧਰਮ ਨਹੀਂ ਸੀ। ਇਹ ਘਰਾਂ ਵਿੱਚ ਰਹਿ ਕੇ ਜੀਵਨ ਦੇ ਰੋਜ਼ਾਨਾ ਕੰਮਕਾਰ ਕਰ ਰਹੇ ਕਿਰਤੀ ਲੋਕਾਂ ਦਾ ਧਰਮ ਸੀ। ਕਿਰਤੀ ਲੋਕਾਂ ਦਾ ਵੇਲੇ ਦੇ ਰਾਜ ਅਤੇ ਉਸ ਦੇ ਕਰਮਚਾਰੀਆਂ ਨਾਲ ਵਾਸਤਾ ਅਵਸ਼ਮੇਵ ਪੈਣਾ ਹੋਇਆ ਤੇ ਭਉ ਰਹਿਤ ਆਗੂਆਂ ਨੇ ਆਪਣੇ ਖਿਆਲ ਵਿੱਚ ਸੱਚ ਅਤੇ ਡਰ ਬਿਨਾਂ ਪ੍ਰਗਟ ਕਰਨੇ ਹੋਏ। ਜੈਸਾ ਗੁਰੂ ਤੈਸੇ ਸੇਵਕ, ਸੋ ਸਤਿਗੁਰਾਂ ਵੱਲ ਵੇਖ ਕੇ ਉਹਨਾਂ ਦੇ ਸੇਵਕ ਸਿੱਖ ਵੀ ਨਿਧੜਕ ਹੋ ਗਏ। ਸਿੱਖ ਧਰਮ ਦੀ ਭਗਤੀ ਲਹਿਰ ਨਾਲ ਇਸ ਤੁਲਨਾ ਵਿੱਚੋਂ ਇਸ ਸਿਧਾਂਤਕ ਸੱਚਾਈ ਦੀ ਗੂੜੀ ਪੁਸ਼ਟੀ ਹੋ ਜਾਂਦੀ ਹੈ ਕਿ ਆਦਰਸ਼ਵਾਦ ਨੂੰ ਜੇਕਰ ਸਮਾਜੀ ਮਨੋਰਥਾਂ ਵਾਸਤੇ ਬਕਾਇਦਾ ਰੂਪ ਵਿੱਚ ਜਥੇਬੰਦ ਨਹੀਂ ਕੀਤਾ ਜਾਂਦਾ ਤਾਂ ਇਹ ਖਾਲੀ ਪ੍ਰੇਰਨਾ ਦੇ ਸੋਮੇ ਤੋਂ ਵੱਧ ਸਮਾਜ ਦਾ ਹੋਰ ਕੋਈ ਵੀ ਭਲਾ ਨਹੀਂ ਕਰ ਸਕਦਾ। ਆਦਰਸ਼ਵਾਦ ਨੂੰ ਜੇਕਰ ਸਮਾਜ ਦੀ ਭਲਾਈ ਦੇ ਲੇਖੇ ਲਾਉਣਾ ਹੈ ਤਾਂ ਇਸ ਨੂੰ ਸੰਸਥਾਈ ਰੂਪ ਦੇਣਾ ਜ਼ਰੂਰੀ ਹੋ ਜਾਂਦਾ ਹੈ। ਜਦੋਂ ਇਹ ਗੱਲ ਵਾਪਰਦੀ ਹੈ ਤਾਂ ਇਹ ਅਟੱਲ ਤੌਰ ਤੇ ਆਪਣੀ ਵੱਖਰੀ ਪਛਾਣ ਤੇ ਵਿਲੱਖਣਤਾ ਹਾਸਲ ਕਰ ਲੈਂਦਾ ਹੈ। ਇਸ ਤੋਂ ਬਿਨਾਂ ਇਸ ਦੇ ਸਾਹਮਣੇ ਹੋਰ ਕੋਈ ਚਾਰਾ ਨਹੀਂ ਹੁੰਦਾ ਤੇ ਸਮਾਜੀ ਤਬਦੀਲੀ ਦੀ ਵਿਰੋਧਤਾ ਦਾ ਅੰਸ਼ ਜਿੰਨਾ ਵਧੇਰੇ ਮਜ਼ਬੂਤ ਹੋਵੇਗਾ, ਨਵੇਂ ਮਤ ਨੂੰ ਆਪਣੀ ਅਲੱਗ ਹਸਤੀ ਤੇ ਜਥੇਬੰਦੀ ਉੱਤੇ ਉਨਾ ਹੀ ਵੱਧ ਜ਼ੋਰ ਦੇਣਾ ਪਵੇਗਾ।
ਸੋ ਗੁਰੂ ਨਾਨਕ ਸਾਹਿਬ ਜੇਕਰ ਹੋਰਨਾਂ ਸਭਨਾਂ ਭਗਤਾਂ ਤੇ ਸੰਤਾਂ ਦੀ ਤੁਲਨਾ ਵਿੱਚ ਇਤਿਹਾਸ ਅੰਦਰ ਆਪਣੀ ਅਮਿੱਟ ਛਾਪ ਛੱਡ ਸਕੇ ਹਨ ਤਾਂ ਇਸ ਦਾ ਇੱਕਮਾਤਰ ਕਾਰਨ ਇਹ ਨਹੀਂ ਕਿ ਉਹਨਾਂ ਦਾ ਧਰਮ ਉਪਦੇਸ਼ ਬਾਕੀ ਧਰਮਾਂ ਤੇ ਮੱਤਾਂ ਨਾਲੋਂ ਵੱਖਰਾ ਤੇ ਬਿਹਤਰ ਸੀ। ਇਹ ਗੱਲ ਵੀ ਸੀ, ਪਰੰਤੂ ਇੰਨੀ ਹੀ ਅਹਿਮ ਗੱਲ ਇਹ ਵੀ ਸੀ ਕਿ ਗੁਰੂ ਸਾਹਿਬ ਨੂੰ ਇਸ ਗੱਲ ਦਾ ਪੱਕਾ ਨਿਸ਼ਚਾ ਸੀ ਕਿ ਜੇਕਰ ਹੋਰਨਾਂ ਧਰਮਾਂ ਤੇ ਮੱਤਾਂ ਨਾਲੋਂ ਸਿੱਖ ਧਰਮ ਦਾ ਵਖਰੇਵਾ ਖਾਲੀ ਸਿਧਾਂਤ ਦੇ ਪੱਧਰ ਤੱਕ ਹੀ ਸੀਮਿਤ ਰਹਿੰਦਾ ਸੀ ਤਾਂ ਇਸ ਨੇ ਆਪਣੇ ਸਮਾਜੀ ਮਨੋਰਥਾਂ ਨੂੰ ਹਾਸਲ ਕਰਨ ਦੇ ਕਦਾਚਿਤ ਸਮਰੱਥ ਨਹੀਂ ਸੀ ਹੋ ਸਕਣਾ। ਮਿੱਥੇ ਹੋਏ ਰੂਹਾਨੀ ਤੇ ਸਮਾਜੀ ਟੀਚਿਆਂ ਨੂੰ ਪੂਰਾ ਕਰਨ ਦੇ ਵਾਸਤੇ ਇਸ ਨਿਖੇੜੇ ਨੂੰ ਸਿਧਾਂਤ ਤੋਂ ਅੱਗੇ ਵੱਧ ਕੇ ਜਥੇਬੰਦਕ ਸ਼ਕਲ ਅਥਵਾ ਸੰਸਥਾਈ ਰੂਪ ਦੇਣਾ ਅਤੀ ਜ਼ਰੂਰੀ ਸੀ। ਇਹ ਅਮਲ ਖੁਦ ਗੁਰੂ ਨਾਨਕ ਸਾਹਿਬ ਨੇ ਹੀ ਆਰੰਭ ਦਿੱਤਾ ਸੀ। ਅਗਲੇ ਕਾਂਡ ਵਿੱਚ ਅਸੀਂ ਦੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਗਲੇ ਗੁਰੂਆਂ ਨੇ ਇਸ ਅਮਲ ਨੂੰ ਕਿਸ ਤਰ੍ਹਾਂ ਨਿਰੰਤਰ ਅਡੋਲ ਦਿਸ਼ਾ ਵਿੱਚ ਅੱਗੇ ਤੋਰਿਆ। ਕਿਸੇ ਮਹਾਨ ਆਦਰਸ਼ ਜਾਂ ਆਦਰਸ਼ਾਂ ਨੂੰ ਪ੍ਰਣਾਈ ਹੋਈ ਸੰਸਥਾ ਜਾਂ ਲਹਿਰ ਦਾ ਆਪਣੀ ਨਿਰਧਾਰਤ ਸੇਧ ਵਿੱਚ ਅਡੋਲ ਅੱਗੇ ਵੱਧ ਸਕਣਾ ਹੋਰਨਾਂ ਤੋਂ ਇਲਾਵਾ ਹੇਠ ਲਿਖੀਆਂ ਦੋ ਮੁੱਖ ਗੱਲਾਂ ਉੱਤੇ ਵੱਧ ਨਿਰਭਰ ਕਰਦਾ ਹੈ। ਇੱਕ, ਉਸ ਅੰਦਰ ਆਪਣੇ ਅਸੂਲਾਂ ਅਤੇ ਟੀਚਿਆਂ ਬਾਰੇ ਸਮਝ ਅਤੇ ਇਹਨਾਂ ਵਿੱਚ ਵਿਸ਼ਵਾਸ ਕਿੰਨਾ ਕੁ ਗਹਿਰਾ ਹੈ। ਜਿਸ ਲਹਿਰ ਅੰਦਰ ਆਪਣੇ ਨਿਸ਼ਾਨਿਆਂ ਬਾਰੇ ਲੋੜੀਂਦੀ ਸਪਸ਼ਟਤਾ ਨਾ ਹੋਵੇ ਅਤੇ ਜਾਂ ਇਹਨਾਂ ਵਿੱਚ ਯਕੀਨ ਬਹੁਤ ਪੇਤਲਾ ਹੋਵੇ, ਉਹ ਛੇਤੀ ਅਤੇ ਸੌਖ ਨਾਲ ਹੀ ਆਪਣੇ ਕੇਂਦਰੀ ਧੁਰੇ ਤੋਂ ਥੜਕ ਜਾਂਦੀ ਹੈ। ਦੂਜਾ, ਲਹਿਰ ਦੇ ਮਨੋਰਥ ਕਿੰਨੇ ਵੀ ਉੱਚੇ ਸੁੱਚੇ ਕਿਉਂ ਨਾ ਹੋਣ, ਜੇਕਰ ਇਸ ਲਹਿਰ ਨੂੰ ਸੇਧ ਤੇ ਅਗਵਾਈ ਦੇਣ ਵਾਲੀ ਸਰਬ ਕਲਾ ਸਮਰੱਥ ਲੀਡਰਸ਼ਿਪ ਨਾ ਹੋਵੇ ਤਾਂ ਉਹ ਆਪਣੀ ਮਿੱਥੀ ਹੋਈ ਮੰਜ਼ਿਲ ਤੱਕ ਨਹੀਂ ਅੱਪੜ ਸਕਦੀ। ਉਹ ਅੱਧ ਵਾਟੇ ਹੀ ਦਮ ਤੋੜ ਜਾਂਦੀ ਹੈ। ਸੰਸਾਰ ਇਤਿਹਾਸ ਅੰਦਰ ਸਿੱਖ ਲਹਿਰ ਇੱਕਮਾਤਰ ਅਜਿਹੀ ਲਹਿਰ ਹੈ ਜੋ ਆਪਣੀ ਸ਼ੁਰੂਆਤ ਤੋਂ ਲੈ ਕੇ ਲਗਭਗ 250 ਸਾਲਾਂ ਤੱਕ ਕਿਤੇ ਇੱਕ ਪਲ ਲਈ ਵੀ ਨਾ ਤਾਂ ਆਪਣੇ ਆਦਰਸ਼ਾਂ ਤੋਂ ਥਿੜਕੀ ਅਤੇ ਨਾ ਆਪਣੀ ਦਿਸ਼ਾ ਤੋਂ ਉਖੜੀ। ਸੰਸਾਰ ਇਤਿਹਾਸ ਅੰਦਰ ਹੋਰ ਕੋਈ ਵੀ ਮਤ, ਲਹਿਰ ਜਾਂ ਸੰਸਥਾ ਇੰਨੇ ਲੰਮੇ ਸਮੇਂ ਤੱਕ ਆਪਣੀ ਪਹਿਲ ਤਾਜ਼ਗੀ ਕਾਇਮ ਨਹੀਂ ਰੱਖ ਸਕੀ। ਸਿੱਖਾਂ ਕੋਲ ਜ਼ਿੰਮੇਵਾਰੀ ਦੇ ਭਰਪੂਰ ਅਹਿਸਾਸ ਨਾਲ ਇਹ ਦਾਅਵਾ ਕਰਨ ਦਾ ਬਹੁਤ ਨਿੱਘਰ ਆਧਾਰ ਹੈ ਕਿ ਜੀਵਨ ਦੀ ਪਹਿਲ ਤਾਜ਼ਗੀ ਨੂੰ ਸੰਭਾਲਣ ਦੇ ਜੋਸ਼ ਵਿੱਚ ਦੁਨੀਆ ਦਾ ਕੋਈ ਹੋਰ ਧਰਮ ਖਾਲਸਾ ਪੰਥ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਸਿੱਖ ਧਰਮ ਦੇ ਆਦਰਸ਼ ਇਤਿਹਾਸ ਦੇ ਅਮਲ ਵਿੱਚੋਂ ਪੈਦਾ ਨਹੀਂ ਹੋਏ। ਇਹ ਗੁਰੂਆਂ ਦੀ ਆਪਣੀ ਅੰਦਰੂਨੀ ਪ੍ਰੇਰਨਾ ਤੋਂ ਉਪਜੇ ਸਨ। ਇਹ ਕੋਈ ਬਾਹਰੀ ਚੀਜ਼ ਨਹੀਂ ਸੀ ਜਿਸ ਨੂੰ ਗੁਰੂਆਂ ਨੇ ਅਤੇ ਉਹਨਾਂ ਦੇ ਰੰਗ ਵਿੱਚ ਰੰਗੇ ਸਿੱਖਾਂ ਨੇ ਅਪਣਾਇਆ ਜਾਂ ਗ੍ਰਹਿਣ ਕੀਤਾ। ਇਤਿਹਾਸ ਨੇ ਸਿੱਖ ਆਦਰਸ਼ ਨਹੀਂ ਸਿਰਜੇ, ਸਿੱਖ ਆਦਰਸ਼ਾਂ ਨੇ ਇਤਿਹਾਸ ਸਿਰਜਿਆ ਹੈ। ਸਿੱਖ ਪੰਥ ਦੀਆਂ ਨੀਹਾਂ ਇਸ ਵਜ੍ਹਾ ਕਰਕੇ ਹੀ ਬੇਹੱਦ ਮਜ਼ਬੂਤ ਤੇ ਪਾਏਦਾਰ ਹਨ। ਇਹਨਾਂ ਨੀਹਾਂ ਦਾ ਗੱਚ ਬੰਨ੍ਹਣ ਲਈ 2 ਸਦੀਆਂ ਲੱਗ ਗਈਆਂ ਸਨ। ਇਸ ਦੇ ਲਈ ਜੋ ਸਮੱਗਰੀ ਵਰਤੀ ਗਈ ਅਤੇ ਜੋ ਕਾਰੀਗਰੀ ਦਿਖਾਈ ਗਈ ਉਹ ਲਾਜਵਾਬ ਸੀ। ਇਸ ਗੱਲ ਨੂੰ ਸਮਝੇ ਬਿਨਾਂ ਸਿੱਖ ਧਰਮ ਦੀ ਵਿਲੱਖਣਤਾ ਦਾ ਸਹੀ ਥਾਂ ਨਹੀਂ ਪਾਇਆ ਜਾ ਸਕਦਾ ਅਤੇ ਇਸ ਵਿਲੱਖਣਤਾ ਨੂੰ ਨਜ਼ਰ ਅੰਦਾਜ਼ ਕਰਕੇ ਸਿੱਖ ਆਦਰਸ਼ਾਂ, ਸਿਧਾਂਤਾਂ ਤੇ ਪਰੰਪਰਾਵਾਂ ਬਾਰੇ ਪੇਸ਼ ਕੀਤਾ ਗਿਆ ਕੋਈ ਵੀ ਮਤ ਨਿਰਾ ਖੋਟ ਹੋਵੇਗਾ। ਸੋਨੇ ਦਾ ਪ੍ਰਭਾਵ ਦਿੰਦਾ ਸੁਦਾ ਪਿੱਤਲ। ਸੋ ਹੁਣ ਅਸੀਂ ਇਹ ਦੇਖਦੇ ਹਾਂ ਕਿ ਸਿੱਖ ਧਰਮ ਦੀਆਂ ਨੀਹਾਂ ਦਾ ਗੱਚ ਕਿਵੇਂ ਬੱਝਿਆ, ਗੁਰੂ ਸਾਹਿਬਾਂ ਨੇ ਆਪਣੀ ਕਾਰੀਗਰੀ ਦਾ ਕਮਾਲ ਕਿਵੇਂ ਦਿਖਾਇਆ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 181 ਤੱਕ ਹੀ ਪੜ੍ਹਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਹੱਥ ਜੋੜ ਕੇ ਮੁਆਫੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।